ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇ ਮੈਂ ਹਾਂ ਨਵਜੀਤ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਅੰਤਰਰਾਸ਼ਟਰੀ ਉਡਾਨਾਂ ਦੇ ਉੱਪਰ 15 ਜੁਲਾਈ ਤੱਕ ਰੋਕ ਲਗਾ ਦਿੱਤੀ ਗਈ ਆ। ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ, ਤੁਸੀਂ ਕਿਵੇਂ ਦੇਖਦੇ ਹੋ? ਇਹਦੇ 'ਚ ਤਿੰਨ ਪੱਖ ਨੇ ਜੀ। ਪਹਿਲਾ ਪੱਖ ਤਾਂ ਇਹ ਹੈ ਕਿ ਕਰੋਨਾ ਵਾਇਰਸ ਦੀ ਪ੍ਰੋਬਲਮ ਸਾਡੇ ਵੀ ਆ ਤੇ ਅਗਲੇ ਦੇਸ਼ਾਂ ਵਿੱਚ ਵੀ ਹੈ ਜੀ। ਸਰਕਾਰ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ, ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਦੂਸਰੀ ਪ੍ਰੋਬਲਮ ਇਹ ਆ ਕਿ ਇੱਥੋਂ ਦੀ ਸਰਕਾਰ ਚਾਹਵੇ ਵੀ ਕਿ ਅਸੀਂ ਫਲਾਈਟਾਂ ਚਲਾਉਣੀਆਂ ਨੇ ਜੀ। ਜਿਨ੍ਹਾਂ ਦੇਸ਼ਾਂ 'ਚ ਜਾਣਾ, ਜੇ ਅਗਲੇ ਪਾਸੇ ਵਾਲੇ ਸਵਾਗਤ ਕਰਨ ਨੂੰ ਤਿਆਰ ਨਾ ਹੋਣ, ਉਹ ਕਹਿਣ ਤੁਸੀਂ ਆਏ ਕਿਉਂ ਜੇ, ਜੀ ਫਲਾਈਟ ਮੋੜ ਕੇ ਲਿਆਉਣੀ ਆ। ਅੱਗੇ ਇੱਕ ਵਾਰ ਹੋ ਚੁੱਕਾ ਕਿ ਨੀਦਰਲੈਂਡ ਦੀ ਫਲਾਈਟ ਇੱਥੇ ਆਈ, ਇੰਡੀਆ ਨੂੰ ਆ ਗਈ, ਜਦੋਂ ਅੱਧਾ ਪੈਂਡਾ ਜਹਾਜ਼ ਨੇ ਕਰ ਲਿਆ ਜੀ ਤੇ ਇਹਨਾਂ ਨੇ ਕਹਿ ਦਿੱਤਾ ਜੀ ਅਸੀਂ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ, ਤੁਸੀਂ ਆਏ ਕਿਉਂ। ਤੇ ਉਹ ਫਲਾਈਟ ਅੱਧ 'ਚੋਂ ਮੁੜ ਕੇ ਗਈ ਸੀ। ਮਤਲਬ 4-5 ਘੰਟੇ ਚੱਲ ਚੁੱਕੀ ਸੀ ਫਲਾਈਟ ਤੇ 5 ਘੰਟੇ ਉਹਨੂੰ ਵਾਪਸੀ ਸਫ਼ਰ ਕਰਨਾ ਪਿਆ। ਤੇ ਇੱਦਾਂ ਕੱਲ੍ਹ ਨੂੰ ਭਾਰਤ ਦੀ ਫਲਾਈਟ ਨੂੰ ਵੀ ਕਰਨਾ ਪੈ ਸਕਦਾ ਜੀ। ਇਹਨਾਂ ਨੂੰ ਕਿਸੇ ਨੇ ਉਤਰਨ ਨਹੀਂ ਦੇਣਾ, ਫਿਰ ਕਿੱਦਾਂ ਚਲਾਉਣਗੇ। ਇੱਕ ਤੀਸਰੀ ਗੱਲ ਹੈ, ਉਹ ਆਪਰੇਸ਼ਨਲ ਹੈ ਵੀ ਮੁਸਾਫਿਰ ਕਿੰਨੇ ਕੁ ਜਾਂਦੇ ਆ, ਲੋਕ ਕਿੰਨਾ ਕੁ ਤਿਆਰ ਨੇ। ਜੀ। ਇੱਥੇ ਪੰਜਾਬ ਸਰਕਾਰ ਨੇ ਬੱਸਾਂ ਚਲਾਤੀਆਂ, ਇਹ ਕਹਿ ਦਿੱਤਾ ਕਿ ਬੱਸਾਂ ਚੱਲ ਰਹੀਆਂ ਨੇ, ਆਓ ਤੁਸੀਂ। ਇਹ ਵੀ ਕਹਿ ਦਿੱਤਾ ਕਿ 52 ਸਵਾਰੀਆਂ ਵਾਲੀ ਬੱਸ ਵਿੱਚ 25 ਜਾਣਗੇ, ਇੱਕ ਸੀਟ ਛੱਡ ਕੇ ਬਿਠਾਵਾਂਗੇ। ਜੀ। ਉਹਦੇ ਬਾਵਜੂਦ ਅੱਡਿਆਂ ਦੇ ਉੱਤੇ ਬੱਸਾਂ ਖੜੀਆਂ ਨੇ, ਮੁਸਾਫਿਰ ਤੇ ਕੋਈ ਆ ਨਹੀਂ ਰਿਹਾ। ਬਿਲਕੁਲ ਜੀ। ਲੋਕ ਤੇ ਘਰਾਂ ਤੋਂ ਨਹੀਂ ਨਿਕਲਦੇ। ਇੱਕ ਬੱਸ ਵਿੱਚ 25 ਸਵਾਰੀਆਂ ਬਿਠਾਉਣ ਵਾਸਤੇ 2-2 ਘੰਟੇ ਉੱਥੇ ਡਿੱਕਣਾ ਪੈਂਦਾ। ਜੇ ਸਵਾਰੀਆਂ ਆ ਜਾਣ ਤੇ ਬੱਸ ਤੋਰਦੇ ਨਹੀਂ ਤੇ ਖੜੇ ਰਹਿੰਦੇ ਆ, ਮੁਸਾਫਿਰ ਤੇ ਇੱਥੇ ਨਹੀਂ ਨਿਕਲਦੇ ਪਏ। ਅੱਜ ਜਿਨ੍ਹਾਂ ਨੇ 3 ਵੀਲਰ ਚਲਾਏ ਆ ਕਿ ਚਲੋ ਘਰ ਦਾ ਚੁੱਲ੍ਹਾ ਗਰਮ ਹੋ ਜਾਵੇਗਾ, ਜੀ, ਉਹ 3 ਵੀਲਰ ਉੱਦਾਂ ਤੁਰੇ ਫਿਰਦੇ ਜਾਂ ਅੱਡਿਆਂ 'ਤੇ ਖੜੇ ਆ, ਕੋਈ ਉਹਨਾਂ 'ਤੇ ਚੜ੍ਹਦਾ ਨਹੀਂ ਗਾ। ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ, ਇਹਨਾਂ ਨੂੰ ਵੇਖਦਿਆਂ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਖਿਆ ਕਿ ਅਸੀਂ ਅੰਤਰਰਾਸ਼ਟਰੀ ਫਲਾਈਟਾਂ ਚਲਾਉਣੀਆਂ ਚਾਹੁੰਦੇ ਹਾਂ। ਜੀ। ਜਿਹੜੀਆਂ ਮਰਸੀ ਫਲਾਈਟਸ ਨੇ, ਜਿਹਨਾਂ ਨੂੰ ਵੰਦੇ ਭਾਰਤ ਮਿਸ਼ਨ ਕਹਿੰਦੇ ਆ, ਬਾਹਰਲੇ ਦੇਸ਼ਾਂ ਤੋਂ ਆਪਣੇ ਬੰਦੇ ਲਿਆਉਣੇ ਜਾਂ ਉਹਨਾਂ ਨੇ ਆਪਣੇ ਲੈਣ ਵਾਸਤੇ ਆਉਣਾ, ਜੀ, ਆਪਸ ਵਿੱਚ ਟਾਈ ਅਪ ਹੈ ਕਿ ਇੱਧਰ ਦੇ ਲੈ ਜਾਓ, ਉੱਧਰ ਦੇ ਲੈ ਆਓ। ਉਹ ਫਲਾਈਟਸ ਤਾਂ ਚੱਲਣੀਆਂ ਅਤੇ ਚੱਲੀ ਜਾਂਦੀਆਂ ਨੇ। ਬਾਕੀ ਫਲਾਈਟਸ ਉਹ ਕਹਿੰਦਾ ਅਸੀਂ ਇੱਥੇ ਦੇਸ਼ ਦੇ ਅੰਦਰ ਥੋੜ੍ਹੀਆਂ ਸ਼ੁਰੂ ਕੀਤੀਆਂ ਨੇ, ਜੇ ਥੋੜ੍ਹੀਆਂ ਹੋਰ ਵਧਾਈਏ ਅਤੇ ਜਦੋਂ ਇਹ 50-55% ਯਾਨੀ ਅੱਧ ਤੋਂ ਵੱਧ ਚੱਲਣ ਲੱਗ ਪੈਣ, ਉਦੋਂ ਅਸੀਂ ਵਿਦੇਸ਼ਾਂ ਵਾਲੀਆਂ ਵੀ ਚਲਾ ਲਾਂਗੇ। ਉਹਨਾਂ ਚਿਰ ਤੱਕ ਅਸੀਂ ਵਿਦੇਸ਼ਾਂ ਵਾਲੀਆਂ ਬਾਰੇ ਸੋਚ ਨਹੀਂ ਸਕਦੇ। ਜੀ। ਫਲਾਈਟਸ ਕੀ ਚਲਾਉਣੀਆਂ? ਕੱਲ੍ਹ ਤਾਂ ਭਾਰਤ ਸਰਕਾਰ ਨੇ ਨਵਾਂ ਆਰਡਰ ਕਰ ਦਿੱਤਾ ਕਿ ਜਿਹੜੀਆਂ ਗੱਡੀਆਂ ਚਲਾਈਆਂ ਸਨ, ਸਪੈਸ਼ਲ ਗੱਡੀਆਂ ਚਲਾਈਆਂ ਤੋਂ ਸਿਵਾ ਬਾਕੀ ਸਾਰੀਆਂ ਗੱਡੀਆਂ ਉੱਤੇ ਬ੍ਰੇਕਾਂ ਲਾ ਦਿਓ। ਰੇਲ ਗੱਡੀਆਂ ਵੀ ਨਹੀਂ ਚੱਲ ਰਹੀਆਂ। ਔਰ ਜਿਨ੍ਹਾਂ ਲੋਕਾਂ ਨੇ ਆਪਣੀਆਂ ਟਿਕਟਾਂ ਰਿਜ਼ਰਵ ਕਰਾਈਆਂ ਸਨ, ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਨੂੰ 100% ਪੂਰਾ ਰਿਫੰਡ ਵਾਪਸ ਮਿਲੇਗਾ, ਆਪੋ ਆਪਣਾ ਜਾ ਕੇ ਲੈ ਲਓ। ਜੀ। ਰੇਲ ਗੱਡੀਆਂ ਨਹੀਂ ਚੱਲਣੀਆਂ। ਜੇ ਰੇਲ ਗੱਡੀਆਂ ਜਿਹੜੀਆਂ ਥੱਲੇ ਚੱਲਣੀਆਂ, ਉਹ ਨਹੀਂ ਚੱਲ ਰਹੀਆਂ, ਤੇ ਉੱਪਰ ਆਕਾਸ਼ ਵਿੱਚੋਂ ਉੱਡ ਕੇ ਤੇ ਦੂਜੇ ਦੇਸ਼ਾਂ ਨੂੰ ਜਾਣ ਵਾਲੇ ਜਹਾਜ਼ ਕਿੱਦਾਂ ਉੱਡ ਸਕਦੇ ਆ? ਜੀ। ਇਸ ਮਾਹੌਲ ਵਿੱਚ ਸੰਭਲ ਕੇ ਚੱਲਣਾ ਪੈਣਾ। ਬਿਲਕੁਲ ਜੀ। ਪੰਨੂ ਸਾਹਿਬ, SGPC ਦੇ ਰਿਕਾਰਡ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗਾਇਬ ਦੱਸੇ ਜਾ ਰਹੇ ਆ। ਜਾਂਚ ਦੀ ਮੰਗ ਉੱਠੀ ਆ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ, 2015 ਦੇ ਵਿੱਚ ਇੱਥੇ ਮੋਗੇ ਜ਼ਿਲ੍ਹੇ 'ਚੋਂ ਇੱਕ ਥਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਉਹ ਚੋਰੀ ਹੋਈ। ਜੀ। ਫਿਰ ਉਹਦੇ ਪੱਤਰੇ, ਜਿਹਨੂੰ ਸਿੱਖ ਭਾਈਚਾਰਾ ਗੁਰੂ ਸਾਹਿਬ ਦੇ ਅੰਗ ਕਹਿੰਦਾ, ਜੀ, ਉਹ ਪਾੜ ਕੇ ਅੱਡ ਥਾਵਾਂ 'ਤੇ ਸੁੱਟ ਕੇ ਬੇਅਦਬੀ ਕੀਤੀ ਗਈ। ਉਸ ਬੇਅਦਬੀ ਦੇ ਰੋਸ 'ਚ ਲੋਕਾਂ ਨੇ ਧਰਨਾ ਮਾਰਿਆ, ਪੁਲਿਸ ਨੇ ਗੋਲੀ ਚਲਾ ਦਿੱਤੀ। ਇਹ ਸਾਰੇ ਕੁਝ ਨਾਲ ਮਾਹੌਲ ਵਿਗੜਿਆ ਪਿਆ ਸੀ। ਇਹ ਗੱਲ 2015 ਦੀ ਹੈ। 2016 ਦੀ ਮਈ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਰਾਮਸਰ ਦੇ ਵਿੱਚ, ਜਿੱਥੇ ਬਹੁਤ ਸਾਰੇ ਸਰੂਪ ਰੱਖੇ ਜਾਂਦੇ ਨੇ, ਜੀ, ਗੁਰਬਾਣੀ ਦੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਉੱਥੇ ਨੇ, ਉੱਥੇ ਇੱਕ ਦਿਨ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਬਹੁਤ ਸਾਰੀਆਂ ਬੀੜਾਂ ਜਾਂ ਸੜ ਗਈਆਂ ਜਾਂ ਨੁਕਸਾਨੀਆਂ ਗਈਆਂ। ਫਾਇਰ ਬ੍ਰਿਗੇਡ ਵਾਲਿਆਂ ਨੇ ਆ ਕੇ ਅੱਗ ਬੁਝਾਈ। ਜੀ। ਉਹਦੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਦੋਂ ਹੁੰਦਾ ਸੀ ਅਵਤਾਰ ਸਿੰਘ ਮੱਕੜ। ਉਹ ਤਾਂ ਝੂਟੇ ਝਾਟੇ ਲੈਣ ਵਾਲਾ ਪ੍ਰਧਾਨ ਸੀ, ਬਸ ਕਾਰ ਦੇ ਉੱਤੇ ਝੂਟੇ ਮਾਟੇ ਕਰਦਾ ਸੀ ਉਹ। ਜੀ। ਇਹਦੋਂ ਬਾਅਦ ਉਹਦਾ ਕੋਈ ਵਾਸਤਾ ਨਹੀਂ ਸੀ। ਸ਼੍ਰੋਮਣੀ ਕਮੇਟੀ ਚਲਾਉਣ ਵਾਲੇ ਗੈਰ ਸਰਕਾਰੀ ਬੌਸ ਹੋਰ ਨੇ, ਉਦੋਂ ਵੀ ਉਹ ਚਲਾਉਂਦੇ ਸੀ, ਅੱਜ ਵੀ ਉਹ ਚਲਾਉਂਦੇ।
ਜਿਹੜੇ ਸ਼੍ਰੋਮਣੀ ਕਮੇਟੀ ਦੇ 2-3 ਸੈਕਟਰੀ ਤੇ ਅਮਲਾ ਫੈਲਾ ਲਟਰਮ ਪਟਰਮ ਇਹ ਸਾਰੇ ਉੱਥੇ ਇਕੱਠੇ ਹੋ ਕੇ ਗਏ। ਇਹਨਾਂ ਨੇ ਜਾ ਕੇ ਤੇ ਫਿਰ ਪ੍ਰਧਾਨ ਨੂੰ ਵੀ ਦੱਸਿਆ, ਤੇ ਜਿਹੜੀ ਅਣਅਧਿਕਾਰਤ ਲੀਡਰਸ਼ਿਪ ਆ ਤੇ ਅਸਲ 'ਚ ਲੀਡਰਸ਼ਿਪ ਜਿਹੜੀ ਆ ਉਹਨਾਂ ਨੂੰ ਵੀ ਦੱਸਿਆ। ਫਿਰ ਇਹ ਗੱਲ ਨਿਕਲਦੀ ਆ ਕਿ ਉਸ ਵਕਤ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਅਜੇ ਤੇ ਪਿਛਲੇ ਸਾਲ ਦਾ ਬਰਗਾੜੀ ਵਾਲਾ ਕਾਂਡ ਸਾਡੇ ਗਲੋਂ ਨਹੀਂ ਲੱਥਾ ਜੀ, ਤੇ ਅੱਗੋਂ ਚੋਣਾਂ ਸਿਰ ਤੇ ਆਈਆਂ ਪਈਆਂ ਨੇ, ਮਹੀਨੇ ਤਾਂ 8 ਰਹਿ ਗਏ, ਤੇ ਤੁਸੀਂ ਆਹ ਨਵਾਂ ਪੌੜਾ ਪਾਤਾ, ਇਹਨੂੰ ਢੱਕ ਲਓ, ਇਹਦਾ ਰੌਲਾ ਨਾ ਪਾਓ। ਰੌਲਾ ਨਹੀਂ ਪਾਇਆ। ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਤੇ ਉਹ ਨੁਕਸਾਨ ਨਹੀਂ ਗਈਆਂ ਜਾਂ ਸੜ ਗਈਆਂ, ਜਿੰਨੀਆਂ ਵੀ ਬੀੜਾਂ ਸਨ ਉਹਨਾਂ ਨੂੰ ਲੱਦ ਕੇ ਗੋਂਦਵਾਲ ਸਾਹਿਬ ਲੈ ਗਏ ਜੀ। ਉੱਥੇ ਜਾ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ। ਰਿਕਾਰਡ ਉੱਥੇ ਵੀ ਨਹੀਂ ਰੱਖਿਆ ਕਿ ਕਿੰਨੀਆਂ ਬੀੜਾਂ ਆਈਆਂ ਸਨ, ਉਹਨਾਂ 'ਚੋਂ ਸੜੀਆਂ ਕਿੰਨੀਆਂ ਸਨ, ਨੁਕਸਾਨੀਆਂ ਕਿੰਨੀਆਂ ਸਨ, ਸੰਸਕਾਰ ਕਿੰਨੀਆਂ ਦਾ ਰੱਖਿਆ ਕੀਤਾ ਗਿਆ। ਇਹ ਸਾਰਾ ਕੁਝ ਢੱਕਿਆ ਰਿਹਾ। ਜੇ ਇਹ ਗੱਲ ਖੁੱਲ੍ਹ ਜਾਂਦੀ ਕਿ ਇੰਨੀਆਂ ਬੀੜਾਂ ਉੱਥੇ ਸੜ ਗਈਆਂ ਨੇ ਤੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਸਿੱਖਾਂ 'ਚ ਜਿਹੜਾ ਰੋਸ ਸੀ, ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਸਿੱਖਾਂ 'ਚ ਜਿਹੜਾ ਰੋਸ ਸੀ, ਉਹ ਤਾਂ ਇੱਕਦਮ ਹੋਰ ਵੱਧ ਜਾਣਾ ਸੀ ਜੀ। ਇਹਨਾਂ ਗੱਲ ਉਦੋਂ ਦੱਬ ਲਈ। ਉਦੋਂ ਦੇ ਸੈਕਟਰੀਆਂ 'ਚੋਂ ਅੱਜ ਕੱਲ੍ਹ ਇੱਕ ਚੀਫ ਸੈਕਟਰੀ ਵੀ ਆ। ਇਹ ਚੀਫ ਸੈਕਟਰੀ ਵੀ ਪੰਜਾਬ ਸਰਕਾਰ ਵਾਲੀ ਪੋਸਟ ਹੁਣ ਅਸਲ 'ਚ ਸ਼ਾਹੀ ਪੋਸਟਾਂ ਹੁਣ ਸ਼੍ਰੋਮਣੀ ਕਮੇਟੀ 'ਚ ਵੀ ਆ ਰਹੀਆਂ ਨੇ ਜੀ। ਉਹ ਚੀਫ ਸੈਕਟਰੀ ਆ। ਉਹਨਾਂ ਸਾਰਿਆਂ ਨੇ ਗੱਲ ਦੱਬ ਲਈ। ਹੁਣ 4 ਸਾਲਾਂ ਬਾਅਦ ਉਹ ਗੱਲ ਨਿਕਲੀ ਆ, ਤੇ ਨਿਕਲੀ ਇਸ ਕਰਕੇ ਆ ਕਿ ਜਿਹੜਾ ਇੰਚਾਰਜ ਉਦੋਂ ਤੋਂ ਤੁਰਿਆ ਆਉਂਦਾ ਸੀ ਉਹ ਰਿਟਾਇਰ ਹੋਣ ਲੱਗਾ। ਨਵੇਂ ਇੰਚਾਰਜ ਨੂੰ ਉਹਨੇ ਜੋ ਚਾਰਜ ਦੇਣਾ ਸੀ ਕਿ ਇੱਥੇ ਆਹ ਸਮਾਨ ਪਿਆ ਜੀ, ਉਹਨੇ ਗਿਣਤੀ ਕੀਤੀ ਤੇ ਉਹਨੇ ਆਖਿਆ ਜੀ ਇਹਦੇ ਵਿੱਚ 267 ਬੀੜਾਂ ਗੁਰੂ ਸਾਹਿਬ ਦੇ ਇੰਨੇ ਸਰੂਪ ਵਿੱਚ ਹੈਗੇ ਨਹੀਂ, ਤੇ ਮੈਂ ਚਾਰਜ ਕਾਹਦਾ ਲੈਣਾ। ਉਹਨੇ ਆਖਿਆ ਚੁੱਪ ਚਪੀਤਾ ਲੈ ਲਾ, ਜਿੱਦਾਂ ਮੈਂ ਸੀ ਉੱਦਾਂ ਤੂੰ ਰੱਖੀ ਜਾ। ਉਹਨੇ ਆਖਿਆ ਮੈਂ ਨਹੀਂ, ਕੱਲ੍ਹ ਨੂੰ ਮੈਂ ਫਸਣਾ। ਹੁਣ ਉਹ ਗੱਲ ਨਿਕਲ ਆਈ ਹੈ। ਮਨੁੱਖੀ ਅਧਿਕਾਰ ਕਮਿਸ਼ਨ ਵਾਲਿਆਂ ਨੇ, ਕੋਈ ਸੰਸਥਾਵਾਂ ਨੇ ਪੰਜਾਬ ਸਰਕਾਰ ਨੂੰ ਲਿਖਤਾ ਜੀ ਇਹਦੀ ਪੜਤਾਲ ਕਰਾਓ ਜੀ। ਜੇ ਪੜਤਾਲ ਕਰਾਈ ਤੇ ਜਿਹੜੇ ਉਦੋਂ ਮੌਕਾ ਵੇਖਣ ਗਏ ਸੀ, ਜਿਨ੍ਹਾਂ ਨੇ ਉਹ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਤੇ ਲੱਦ ਕੇ ਤੇ ਗੋਂਦਵਾਲ ਤੱਕ ਪਹੁੰਚਾਇਆ ਸੀ, ਤੇ ਜਿਨ੍ਹਾਂ ਨੇ ਗੋਂਦਵਾਲ ਦੇ ਵਿੱਚ ਸੰਸਕਾਰ ਕੀਤਾ ਸੀ, ਉਹ ਸਾਰੇ ਦੇ ਸਾਰੇ 'ਚ ਫਸ ਜਾਣੇ ਆ। ਬਚਣਗੇ ਕਿੱਦਾਂ ਜੀ? ਅੱਗ ਲੱਗੀ ਸੀ, ਉਹਦੀ ਪੂਰੀ ਇਨਕੁਆਇਰੀ ਉਦੋਂ ਕਿਉਂ ਨਾ ਕੀਤੀ ਗਈ? ਰਿਕਾਰਡ ਤੇ ਕਿਉਂ ਨਾ ਦਰਜ ਕੀਤਾ ਗਿਆ? ਇਹਦੀ FIR ਬਕਾਇਦਾ ਥਾਣੇ 'ਚ ਰਿਪੋਰਟ ਕਿਉਂ ਨਾ ਦਰਜ ਕਰਾਈ ਗਈ? ਕਿਆ ਘਟਨਾ ਵਾਪਰੀ ਹੈ? ਇਹ ਸਾਰਾ ਕੁਝ ਜਿਹੜਾ ਉਦੋਂ ਢੱਕਿਆ ਪਿਆ ਸੀ, ਜੀ, ਹੁਣ 4 ਸਾਲਾਂ ਬਾਅਦ ਜਦੋਂ ਬਾਹਰ ਨਿਕਲਿਆ, ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਤੀਕਰਮ ਪੜ੍ਹਿਆ। ਉਹ ਕਹਿੰਦੇ ਜੀ ਇਹ ਜਿਹਨਾਂ ਲੋਕਾਂ ਨੇ ਸ਼ਿਕਾਇਤ ਕੀਤੀ ਹੈ, ਇਹਨਾਂ ਨੂੰ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਨਾਲ ਗੱਲ ਕਰਦੇ, ਇਹਨਾਂ ਨੇ ਜਾ ਕੇ ਸਿੱਧੀ ਪੰਜਾਬ ਸਰਕਾਰ ਨਾਲ ਗੱਲ ਕਿਉਂ ਕੀਤੀ ਹੈ? ਇਹ ਗਲਤ ਕੀਤਾ ਗਿਆ। ਇਸ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸੜੀਆਂ ਸੀ ਕਿ ਨਹੀਂ ਸੀ ਸੜੀਆਂ। ਜੀ, ਇਸ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਗਿਆ ਕਿ 267 ਗੁਰੂ ਸਾਹਿਬ ਦੀਆਂ ਬੀੜਾਂ ਗਾਇਬ ਨੇ, ਉਹ ਕਿੱਥੇ ਚਲੀਆਂ ਗਈਆਂ। ਇਹਦਾ ਜਵਾਬ ਹੀ ਨਹੀਂ। ਤੇ ਜਵਾਬ ਦੇਣ ਦੀ ਥਾਂ ਦੇ ਉੱਤੇ ਵੱਡਾ ਰੋਸ ਇਹ ਕਰ ਦਿੱਤਾ ਗਿਆ ਕਿ ਇਹਨਾਂ ਲੋਕਾਂ ਨੂੰ ਚਾਹੀਦਾ ਸੀ ਇਹ ਪਹਿਲਾਂ ਸ਼੍ਰੋਮਣੀ ਕਮੇਟੀ ਕੋਲ ਆਉਂਦੇ ਜੀ, ਤੇ ਸ਼੍ਰੋਮਣੀ ਕਮੇਟੀ ਕੋਲੋਂ ਆ ਕੇ ਇੱਥੇ ਸ਼ਿਕਾਇਤ ਕਰਕੇ ਕਹਿੰਦੇ ਜੀ ਪੜਤਾਲ ਕਰਾਓ, ਅਸੀਂ ਆਪੇ ਕਰਾ ਲੈਂਦੇ। ਤੁਸੀਂ ਪੜਤਾਲ ਕੀ ਕਰਾਓਗੇ? ਇੱਥੋਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਇੱਕ ਕੁੜੀ ਪਾਕਿਸਤਾਨ ਦਾ ਵੀਜ਼ਾ ਲਵਾ ਕੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਜੀ, ਤੇ ਪਾਕਿਸਤਾਨ ਚਲੀ ਗਈ। ਬਾਅਦ ਵਿੱਚ ਉੱਥੇ ਜਾ ਕੇ ਇੱਕ ਮੁਸਲਮਾਨ ਮੁੰਡੇ ਨਾਲ ਉਹਨੇ ਵਿਆਹ ਕਰਾ ਲਿਆ, ਬੱਚੇ ਇੱਥੇ ਛੱਡ ਗਈ। ਔਰ ਉਹ ਜਿਸ ਤਰ੍ਹਾਂ ਗਈ, ਵੀਜ਼ਾ ਲੱਗਣ ਤੋਂ 3 ਦਿਨ ਪਹਿਲਾਂ ਉਹਨੂੰ ਦਰਬਾਰ ਸਾਹਿਬ ਦੇ ਲਾਗੇ ਇੱਕ ਹੋਟਲ 'ਚ ਰੱਖਿਆ ਗਿਆ। ਇੱਕ ਬੜੇ ਵੱਡੇ ਅਕਾਲੀ ਲੀਡਰ ਦੇ PA ਦਾ ਨਾਂ ਲੱਗਦਾ। PA ਧਾਰਮਿਕ ਪਰਿਵਾਰ 'ਚੋਂ ਆ। ਸਾਰੇ ਪੰਜਾਬ 'ਚ ਰੌਲਾ ਪੈ ਗਿਆ, ਦੁਨੀਆ ਭਰ ਦੇ ਸਿੱਖਾਂ 'ਚ ਰੌਲਾ ਪੈ ਗਿਆ। ਸ਼੍ਰੋਮਣੀ ਕਮੇਟੀ ਨੇ ਇੱਕ ਸਬ ਕਮੇਟੀ ਬਣਾ ਦਿੱਤੀ ਪੜਤਾਲ ਕਰਨ ਵਾਸਤੇ। ਜੀ, 3 ਸਾਲ ਹੋ ਗਏ ਆ, ਕਮੇਟੀ ਪੜਤਾਲ ਕਰੀ ਜਾਂਦੀ ਹੈ। ਇੱਕ ਕਮਰੇ 'ਚ ਬਹਿ ਕੇ ਕਮੇਟੀ ਮੀਟਿੰਗਾਂ ਕਰਦੀ, ਜਲ ਪਾਣੀ ਛਕਦੀ ਹੈ। ਦੂਸਰੇ ਕਮਰੇ ਦੇ ਵਿੱਚ ਉਹ ਫਾਈਲ ਪਈ ਆ, ਵਿਚਾਲੇ ਬਰਾਂਡਾ। ਉਹ ਪੜਤਾਲ ਕਰਨ ਵਾਲੀ ਕਮੇਟੀ ਵਾਲੇ ਜਿਹੜੇ ਮੈਂਬਰ ਆ, ਜੀ, ਉਹਨਾਂ 'ਚੋਂ ਕਿਸੇ ਮਾਈ ਦੇ ਲਾਲ ਦੀ ਇੰਨੀ ਜ਼ਰੂਰਤ ਨਹੀਂ ਕਿ ਸਾਹਮਣੇ ਕਮਰੇ 'ਚੋਂ ਜਾ ਕੇ ਉਹ ਫਾਈਲ ਵੇਖ ਆਵੇ, ਜਿਹੜੀ ਫਾਈਲ ਦੀਆਂ ਫੋਟੋ ਵੀ ਅਖਬਾਰਾਂ 'ਚ ਛਪ ਚੁੱਕੀਆਂ ਨੇ। ਇੱਥੇ ਤਾਂ ਜੋ ਕੁਛ ਹੁੰਦਾ ਸਾਰਾ ਕੁਝ ਢੱਕਣਾ ਜਾਣਦੇ ਹੋ, ਜੀ, ਲੋਕਾਂ ਸਾਹਮਣੇ ਆਉਣ ਹੀ ਕੁਛ ਨਹੀਂ ਦਿੰਦੇ। ਤੇ ਫਿਰ ਜੇ ਕਿਸੇ ਨੂੰ ਪਤਾ ਲੱਗਾ ਸੀ ਉਹ ਜਾ ਕੇ ਸ਼੍ਰੋਮਣੀ ਕਮੇਟੀ ਨੂੰ ਦੱਸਦਾ, ਤੇ ਕਾਹਦੇ ਲਈ ਦੱਸਦਾ? ਦੱਸਣ ਦਾ ਮਤਲਬ ਕੋਈ ਨਹੀਂ ਸੀ। ਐਡਾ ਵੱਡਾ ਕਾਲਾ ਮਾਲਾ ਹੋ ਜੇ ਕਿ 267 ਬੀੜਾਂ ਗੁੰਮ ਹੋ ਗਈਆਂ ਨੇ ਤੇ ਉਹਨਾਂ ਬੀੜਾਂ ਦੀ ਕੋਈ ਚਰਚਾ ਵੀ ਨਾ ਕਰੇ, ਤੇ ਸ਼੍ਰੋਮਣੀ ਕਮੇਟੀ ਆਖੇ ਵੀ ਇਹ ਤੇ ਸਾਨੂੰ ਹੀ ਦੱਸ ਦਿੰਦੇ ਜੀ, ਅਸੀਂ ਆਪੇ ਪੜਤਾਲ ਕਰ ਲੈਂਦੇ, ਕਰਨੀ ਹੁੰਦੀ ਨਹੀਂ ਤੇ 2 ਕਮੇਟੀਆਂ ਹੋਰ ਪੜਤਾਲ ਵਾਸਤੇ ਬਣਾ ਦਿੰਦੇ, ਉਹ 2 ਸਾਲ ਸਾਡੇ ਹੋਰ ਲੰਘ ਜਾਂਦੇ। ਲੈ ਆਹ ਚਾਹੁੰਦੇ ਆ ਉਹ,
ਇਹਦੇ ਉੱਤੇ ਉਹ ਕੋਈ ਕਾਰਵਾਈ ਨਾ ਕੀਤੀ ਆ, ਨਾ ਉਹ ਕਰਨੀ ਚਾਹੁੰਦੇ ਆ। ਜੇ ਕੀਤੀ ਹੁੰਦੀ ਜਿਹੜਾ ਸਪਸ਼ਟੀਕਰਨ ਦਿੱਤਾ ਉਹਦੇ ਨਾਲ ਬੋਲਣਾ ਚਾਹੀਦਾ ਸੀ। ਜੇ ਨਹੀਂ ਬੋਲੇ ਹੁਣ ਹੀ ਦੱਸ ਦੇਣ ਕੀ ਕੀਤਾ, ਲੋਕਾਂ ਨੂੰ ਪਤਾ ਤੇ ਲੱਗ ਜਾਵੇ ਸੱਚ ਕੀ ਆ। ਇੱਕ ਪੱਖ ਆ ਗਿਆ, ਦੂਜਾ ਤੁਸੀਂ ਦੱਸ ਦਿਓ, ਦੱਸ ਨਹੀਂ ਰਿਹਾ ਜੀ। ਪੰਨੂ ਸਾਹਿਬ, ਬੇਅਦਬੀ ਕਾਂਡ ਦੀ ਜਾਂਚ ਨੂੰ ਲੈ ਕੇ ਜਿਹੜੀ ਜਾਂਚ ਟੀਮ ਬਣਾਈ ਆ, ਉਹਨਾਂ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਆ, ਕਿਤੇ ਮਾਮਲਾ ਲਟਕ ਨਹੀਂ ਜਾਊਗਾ? ਵੈਸੇ ਤਾਂ ਗੱਲ ਵੱਡੇ ਘਰਾਣੇ ਵੱਲ ਜਾ ਰਹੀ ਆ, ਕੀ ਲੱਗਦਾ ਜੀ? ਹੁਣ ਤਾਂ ਵੱਡਾ ਘਰਾਣਾ ਲੋਕ ਲਗਾ ਕੇ ਕਹਿਣ ਦੀ ਲੋੜ ਹੀ ਨਹੀਂ ਜੀ। ਜਿਹੜੀ ਕੱਲ੍ਹ ਵਾਲੀ ਚਿੱਠੀ ਹੈ ਉਸ ਜਾਂਚ ਟੀਮ ਦੇ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜੀ, ਉਹ ਚਿੱਠੀ 'ਤੇ ਸਿੱਧੇ ਨਾਂ ਲਿਖੇ ਗਏ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ। ਉਹ ਚਿੱਠੀ ਜਿਸ ਤਰ੍ਹਾਂ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ, ਇਹ ਆਖਿਆ ਗਿਆ ਜੀ ਇਸ ਕੇਸ ਦੇ ਕਈ ਪੱਖ ਨੇ, ਉਹਨਾਂ ਦੀ ਪੜਤਾਲ ਕਰਦਿਆਂ ਕਈਆਂ ਥਾਵਾਂ 'ਤੇ ਇਹਨਾਂ ਦੋਵਾਂ ਦਾ ਨਾਂ ਆਉਂਦਾ ਜੀ, ਗੱਲ ਇਹਨਾਂ ਤੱਕ ਆ ਸਕਦੀ ਹੈ। ਹੁਣ ਇਹ ਗੱਲ ਅਜੇ ਤੱਕ ਸਿੱਧੇ ਤੌਰ 'ਤੇ ਨਹੀਂ ਸੀ ਕਹੀ ਗਈ, ਹਾਲਾਂਕਿ ਇਹ ਵੀ ਪਤਾ ਸਾਰਿਆਂ ਨੂੰ ਕਿ ਇਸ ਕਮੇਟੀ ਨੇ ਚੰਡੀਗੜ੍ਹ 'ਚ ਜਾ ਕੇ ਬਾਦਲ ਸਾਹਿਬ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਉਹਨਾਂ ਦੀ ਬਕਾਇਦਾ ਪੁੱਛਗਿੱਛ ਕੀਤੀ ਸੀ ਜਾਂਚ ਟੀਮ ਨੇ ਜੀ। ਔਰ ਜਿਹੜੀ ਪੁੱਛਗਿੱਛ ਕੀਤੀ ਸੀ ਪਤਾ ਨਹੀਂ ਕਿੱਦਾਂ ਦੀ ਪੁੱਛਗਿੱਛ ਸੀ ਕਿ ਉਸ ਤੋਂ ਬਾਅਦ 3-4 ਘੰਟੇ ਤੱਕ ਬਾਦਲ ਸਾਹਿਬ ਕਿਸੇ ਦੇ ਮੱਥੇ ਨਹੀਂ ਸਨ ਲੱਗੇ, ਨਾ ਸੁਖਬੀਰ ਸਿੰਘ ਕਿਸੇ ਦੇ ਮੱਥੇ ਲੱਗਾ ਸੀ। ਅਕਾਲੀ ਦਲ ਦੇ ਬੁਲਾਰੇ ਨੂੰ ਆਖਿਆ ਸੀ ਜਾ ਕੇ ਪ੍ਰੈਸ ਨੂੰ ਬਰੀਫਿੰਗ ਕਰਦੇ, ਸਾਹਮਣੇ ਨਹੀਂ ਸੀ ਆਉਂਦੇ ਜੀ। ਫਿਰ ਸੁਖਬੀਰ ਸਿੰਘ ਬਾਦਲ ਇੱਕ ਦਿਨ ਪੁਲਿਸ ਹੈੱਡਕੁਆਟਰ 'ਚ ਗਿਆ ਪੁੱਛ ਪੜਤਾਲ ਦਾ ਸਾਹਮਣਾ ਕਰਨ, ਉੱਥੇ ਸਾਰਾ ਕੁਝ ਹੋ ਚੁੱਕਾ ਸੀ। ਹੁਣ ਜਿਹੜੀ ਨਵੀਂ ਗੱਲ ਹੋਈ ਆ ਉਹ ਇਹ ਕਿ ਜਦੋਂ ਉੱਥੇ ਸੁਹੇਲ ਬਰਾੜ ਨਾਂ ਦਾ ਬੰਦਾ ਫੜਿਆ ਗਿਆ ਜੀ, ਉਹਦੇ ਬਾਅਦ ਪੰਕਜ ਬਾਂਸਲ ਫੜਿਆ ਗਿਆ ਜੀ। ਪੰਕਜ ਬਾਂਸਲ ਨੂੰ ਵੀ ਲੋਕੀ ਕਾਲੇ ਮਾਲੇ ਕਰਨ ਵਾਲੇ ਬੰਦੇ ਦੇ ਰੂਪ 'ਚ ਜਾਣਦੇ ਆ। ਉਹਦੇ ਬਾਰੇ ਕਹਾਣੀਆਂ ਬਹੁਤ ਨਿਕਲਦੀਆਂ ਪਈਆਂ ਔਰ ਜਿੰਨੀਆਂ ਨਿਕਲਦੀਆਂ ਪਈਆਂ ਉਹ ਸੁਣੀਆਂ ਨਹੀਂ ਜਾਂਦੀਆਂ ਜੀ। ਲਾਲ ਬੱਤੀਆਂ ਲਾਉਣ ਤੋਂ ਲੈ ਕੇ ਐਕਸੀਡੈਂਟ ਵਾਲੀਆਂ ਗੱਡੀਆਂ ਖਰੀਦ ਕੇ ਉਹਨਾਂ ਦੇ ਝੂਠੇ ਇੰਸ਼ੋਰੈਂਸ ਕਰਨ ਤੱਕ, ਉਹਦੀ ਕਾਰ ਕੰਪਨੀ ਜਿਹੜੀ ਆ ਮਰੂਤੀ ਕੰਪਨੀ ਉਹਦੀ ਡੀਲਰਸ਼ਿਪ ਰੱਦ ਹੋਣ ਤੱਕ, ਪਤਾ ਨਹੀਂ ਕਿੰਨੀ ਕਿਸਮ ਦੀਆਂ ਲੋਕੀ ਗੱਲਾਂ ਕਰਦੇ ਨੇ ਔਰ ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਣ ਵਾਲਾ ਇਸ ਵੇਲੇ ਕੋਈ ਨਹੀਂ। ਸੁਹੇਲ ਬਰਾੜ ਤੇ ਪੰਕਜ ਬਾਂਸਲ ਤੋਂ ਬਾਅਦ ਉਸ ਵੇਲੇ ਦਾ ਕੋਟਕਪੂਰੇ ਦਾ SHO ਵੀ ਫੜਿਆ ਗਿਆ ਜੀ, ਕਿਉਂਕਿ SHO ਨੇ ਰਿਕਾਰਡ 'ਚ ਪਾਇਆ ਸੀ ਕਿ ਭੀੜ ਨੇ ਗੋਲੀਆਂ ਚਲਾਈਆਂ ਤੇ ਉਹਦੇ ਜਵਾਬ 'ਚ ਮੇਰੇ 2 ਹਵਾਲਦਾਰਾਂ ਨੇ ਗੋਲੀ ਚਲਾਈ ਹੈ ਤੇ ਜਿਹੜੇ 2 ਹਵਾਲਦਾਰਾਂ ਨੇ ਗੋਲੀ ਚਲਾਈ ਹੈ ਉਹਨਾਂ ਦੇ ਨਾਂ ਵਿੱਚ ਦਿੱਤੇ ਸੀ। ਜਦੋਂ ਆ ਹੋਣ ਵਾਲੀ ਜਾਂਚ ਟੀਮ ਨੇ ਸੱਦ ਕੇ ਪੁੱਛਿਆ ਤੇ ਉਹਨਾਂ ਨੇ ਆਖਿਆ ਜੀ ਅਸੀਂ ਕੋਈ ਗੋਲੀ ਚਲਾਈ ਨਹੀਂ। ਉਹਨਾਂ ਨੂੰ ਪਤਾ ਇਸ ਵੇਲੇ ਮੰਨਾਂਗੇ ਤੇ ਉਹਦੇ ਮੁੰਡੇ 2 ਮਰੇ, ਉਹ ਸਾਡੇ ਨਾਲ ਕਤਲ ਪੈ ਜਾਣਾ। ਉਹਨਾਂ ਜਾ ਕੇ ਅਦਾਲਤ ਵਿੱਚ ਬਿਆਨ ਦਿੱਤਾ ਜੀ ਅਸੀਂ ਤਾਂ ਉੱਥੇ ਗੋਲੀ ਕੋਈ ਨਹੀਂ ਚਲਾਈ, ਸਾਡਾ SHO ਝੂਠ ਬੋਲਦਾ। ਹੁਣ ਜਦੋਂ ਸੁਹੇਲ ਬਰਾੜ, ਪੰਕਜ ਬਾਂਸਲ ਤੇ SHO ਵੀ ਫੜਿਆ ਗਿਆ ਜੀ, ਉਹਦੇ ਉਹਦੇ ਬਾਅਦ ਜਾਂਚ ਟੀਮ ਦੇ ਸੀਨੀਅਰ ਆਫੀਸਰ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚਿੱਠੀ ਇੱਕ ਲਿਖ ਦਿੱਤੀ ਅਦਾਲਤ ਨੂੰ। ਪਹਿਲੀ ਗੱਲ ਕਿ ਕੇਸ ਅੱਗੇ ਤੁਰ ਰਿਹਾ, ਦੂਜੀ ਕਿ ਇਹਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਂ ਆਏ, ਤੇ ਤੀਜੀ ਕਿ ਪਤਾ ਨਹੀਂ ਕਿੱਦਾਂ ਇਹ ਕੇਸ ਉਸ ਜੱਜ ਦੇ ਲਵਾ ਦਿੱਤਾ ਗਿਆ ਜਿਹੜੇ ਜੱਜ ਦੇ ਬਾਦਲ ਪਰਿਵਾਰ ਨਾਲ ਸਿੱਧੇ ਤੌਰ ਤੇ ਪਰਿਵਾਰਿਕ ਰਿਸ਼ਤੇ ਆ ਜੀ। ਅਦਾਲਤ ਦਾ ਸਤਿਕਾਰ ਸਾਡੇ ਮਨ 'ਚ ਹੈ, ਇਸ ਕਰਕੇ ਮੈਂ ਜੱਜ ਦਾ ਨਾਂ ਨਹੀਂ ਲੈ ਰਿਹਾ। ਅਖਬਾਰਾਂ 'ਚ ਆ ਗਿਆ, ਸੈਸ਼ਨ ਜੱਜ ਸਾਹਿਬ ਨੇ ਉਸ ਜੱਜ ਦੇ ਉਹ ਤੋਂ ਜਵਾਬ ਮੰਗ ਲਿਆ, ਸਾਰੀ ਗੱਲ ਸਾਹਮਣੇ ਆ ਗਈ ਹੈ। ਜਿਹੜੀ ਜਾਂਚ ਟੀਮ ਆ ਉਹਦਾ ਸੀਨੀਅਰ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਿੱਧੇ ਸ਼ਬਦਾਂ 'ਚ ਕਿਹਾ ਕਿ ਇਹ ਸਾਬਤ ਹੁੰਦੇ ਆ ਕਿ ਇਹਨਾਂ ਦੇ ਪਰਿਵਾਰਕ ਰਿਸ਼ਤੇ ਆ, ਤੇ ਜੇ ਪਰਿਵਾਰਕ ਰਿਸ਼ਤੇ ਹੋਣ ਤੇ ਨਿਆਂ ਦੀ ਪ੍ਰਕਿਰਿਆ 'ਚ ਇਹ ਹੁੰਦਾ ਕਿ ਜਿਹਦੇ 'ਚੋਂ ਦੋਸ਼ ਲਾਉਣ ਵਾਲੇ ਵਿੱਚੋਂ ਜਾਂ ਜਿਹਦੇ ਤੇ ਦੋਸ਼ ਲੱਗੇ ਆ, ਜੇ ਦੋਵਾਂ 'ਚੋਂ ਇੱਕ ਧਿਰ ਨੂੰ ਜਾਣਦੇ ਹੋ ਤੇ ਜੱਜ ਆਪੇ ਕਹਿ ਦਿੰਦਾ ਜੀ ਮੈਂ ਕੇਸ ਨਹੀਂ ਸੁਣਨਾ ਚਾਹੁੰਦਾ, ਫਲਾਣੇ ਨੂੰ ਦੇ ਦਿਓ, ਕਿਉਂਕਿ ਦੋਵਾਂ 'ਚੋਂ ਇੱਕ ਧਿਰ ਨਾਲ ਮੇਰੀ ਜਾਣ ਪਛਾਣ ਆ, ਮੇਰੀ ਰਿਸ਼ਤੇਦਾਰੀ ਆ, ਮੇਰਾ ਕੋਈ ਸੰਬੰਧ ਹੈ। ਇੱਥੇ ਜੇ ਇਹ ਗੱਲ ਸੱਚੀ ਹੋਵੇ ਤੇ ਉਹ ਜੱਜ ਨੂੰ ਹੁਣ ਤੱਕ ਆਪ ਹੀ ਇਨਕਾਰ ਕਰ ਦੇਣਾ ਚਾਹੀਦਾ ਸੀ। ਇਹਨੂੰ ਅਦਾਲਤੀ ਬੋਲੀ 'ਚ ਕਹਿੰਦੇ ਰਿਕਿਊਜ਼ ਕਰਨਾ ਜੀ, ਕਿ ਮੈਂ ਕੇਸ ਨਹੀਂ ਸੁਣਨਾ, ਉਹ ਰਿਕਿਊਜ਼ ਕਰ ਦੇਣਾ ਚਾਹੀਦਾ ਸੀ। ਤੇ ਜੇ ਉਹਨੇ ਨਹੀਂ ਕੀਤਾ ਤੇ ਹੁਣ ਗੱਲ ਉੱਥੇ ਪਹੁੰਚ ਗਈ ਹੈ, ਕੱਲ੍ਹ ਨੂੰ ਰਿਕਿਊਜ਼ ਕਰਨਾ ਪਵੇ ਤਾਂ ਕਿੰਨਾ ਕੁ ਚੰਗਾ ਪ੍ਰਭਾਵ ਹੋਵੇਗਾ। ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਇਹ ਹੁਣ ਲਗਭਗ ਪ੍ਰਭਾਵ ਪੰਜਾਬ ਦੇ ਲੋਕਾਂ 'ਚ ਬਣ ਗਿਆ ਜੀ ਕਿ ਮਾਮਲਾ ਜਿੱਥੋਂ ਤੁਰਿਆ ਸੀ ਤੁਰਦਾ ਤੁਰਦਾ ਹੌਲੀ ਹੌਲੀ ਬਸ ਉਸ ਟਿਕਾਣੇ ਤੇ ਪਹੁੰਚ ਗਿਆ ਜਿਹਦੀ ਲੋਕਾਂ ਨੂੰ ਪਹਿਲਾਂ ਸ਼ੱਕ ਸੀ, ਫਿਰ ਉਡੀਕ ਸੀ। ਬਾਦਲ ਪਿਓ ਪੁੱਤ ਦਾ ਨਾਂ ਹੁਣ ਤੱਕ ਇੰਨਾ ਸਿੱਧਾ ਕਦੇ ਨਹੀਂ ਸੀ ਆਇਆ ਜਿੰਨਾ ਹੁਣ ਅਦਾਲਤੀ ਕਾਗਜ਼ਾਂ 'ਚ ਪਹਿਲੀ ਵਾਰ ਆਇਆ। ਜੀ ਬਿਲਕੁਲ ਜੀ। ਪੰਨੂ ਸਾਹਿਬ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਸਿਖਰਾਂ ਤੇ ਹੈ, ਕਹਿੰਦੇ ਡਿਪਟੀ ਮੁੱਖ ਮੰਤਰੀ ਬਣਾ ਦੇਣਾ, ਕੀ ਲੱਗਦਾ ਜੀ? ਅਸੀਂ ਪਿਛਲੇ ਸਾਲ ਮਈ ਤੋਂ ਲੈ ਕੇ ਇਸ ਸਾਲ ਦੇ ਜੂਨ ਤੱਕ 13 ਮਹੀਨਿਆਂ 'ਚ ਉਹਦੇ ਬਾਰੇ 13 ਦੂਣਾ 26 ਬਾਰੇ ਸੁਣਿਆ।
ਨਵਜੋਤ ਸਿੰਘ ਸਿੱਧੂ ਪੰਜਾਬ ਦਾ ਮੁੱਖ ਮੰਤਰੀ ਬਣ ਰਿਹਾ। ਜੀ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਬਣ ਰਿਹਾ। ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਸੈਂਟਰ 'ਚ ਲੈ ਕੇ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਚਲਾ ਗਿਆ। ਉਹਨਾਂ ਨੇ ਫੈਸਲਾ ਕਰ ਲਿਆ ਇਹਨੂੰ ਅਗਲੀ ਵਾਰੀ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ। ਜੀ ਇੱਕ ਵਾਰੀ ਇਹ ਵੀ ਖਬਰ ਆਈ ਕਿ ਨਵਜੋਤ ਸਿੰਘ ਸਿੱਧੂ ਸੁਖਦੇਵ ਸਿੰਘ ਢੀਂਡਸੇ ਨਾਲ ਮਿਲ ਗਿਆ। ਇਹ ਕੌਣ ਖਬਰਾਂ ਕੱਢ ਰਿਹਾ? ਕੀ ਨਵਜੋਤ ਸਿੰਘ ਸਿੱਧੂ ਨੂੰ ਇਹਨਾਂ 'ਚੋਂ ਇੱਕ ਵੀ ਬੰਦਾ ਜਾ ਕੇ ਮਿਲਿਆ ਜਿਹੜੇ ਖਬਰਾਂ ਕੱਢਦੇ ਨੇ? ਜੀ ਕੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਮੈਂ ਫਲਾਨੀ ਪਾਰਟੀ ਚੱਲਿਆ, ਮੈਂ ਮੁੱਖ ਮੰਤਰੀ ਬਣ ਲੱਗਾ ਕਿ ਨਹੀਂ ਬਣ ਲੱਗਾ? ਕੀ ਨਵਜੋਤ ਸਿੰਘ ਸਿੱਧੂ ਦੀ ਸਾਰੀ ਲੜਾਈ ਮੁੱਖ ਮੰਤਰੀ ਬਣਨ ਦੀ ਸੀ? ਲੜਾਈ ਤੇ ਉਹ ਕਹਿੰਦਾ ਸੀ ਮੈਂ ਇਸ ਗੱਲ ਦੀ ਲੜ ਰਿਹਾ ਕਿ ਮੈਂ ਕਰਪਸ਼ਨ ਨਹੀਂ ਹੋਣ ਦੇਣੀ, ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਦਾ। ਜੀ ਕੀ ਹੁਣ ਭ੍ਰਿਸ਼ਟਾਚਾਰ ਹਟ ਗਿਆ, ਨੂੰ ਮਾਂਜਾ ਵੱਜ ਗਿਆ? ਉਹ ਤਾਂ ਭ੍ਰਿਸ਼ਟਾਚਾਰ ਤੇ 1947 ਤੋਂ ਆਜ਼ਾਦੀ ਵੇਲੇ ਤੋਂ ਲੈ ਕੇ ਹੁਣ ਤੱਕ ਚੱਲਦਾ ਆਇਆ। ਕਾਂਗਰਸ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਹੁੰਦਾ ਸੀ, ਉਹਦੇ ਪੁੱਤਰਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ, ਉਹ ਵੀ ਕਾਂਗਰਸੀ ਸੀ। ਉਹਦੇ ਤੋਂ ਬਾਅਦ ਕਿਹੜਾ ਮੁੱਖ ਮੰਤਰੀ ਸੀ ਜਿੱਤ ਨਹੀਂ ਲੱਗੇ? ਸਾਰਿਆਂ ਤੇ ਲੱਗਦੇ ਰਹੇ। ਸਰਜੀਤ ਸਿੰਘ ਬਰਾੜੇ ਨੂੰ ਬੜਾ ਸ਼ਰੀਫ ਗਿਣਦੇ ਸੀ, ਇਹਦੇ ਪੁੱਤਰਾਂ ਦੀ ਚਰਚਾ ਵੀ ਹੁੰਦੀ ਰਹੀ। ਇਹ ਸਾਰਿਆਂ ਦੇ ਬਾਰੇ ਚਰਚੇ ਹੁੰਦੇ ਰਹੇ। ਇੱਦਾਂ ਦੀਆਂ ਬੜੀਆਂ ਕਹਾਣੀਆਂ ਹੁੰਦੀਆਂ ਰਹੀਆਂ ਨੇ। ਅੱਜ ਹੁਣ ਜੇ ਉਹ ਕਰਪਸ਼ਨ ਦੀ ਸਾਰੀ ਗੱਲ ਛੱਡ ਕੇ ਤੇ ਫਿਰ ਉੱਥੇ ਆ ਜਾਏ ਕਿ ਮੈਂ ਮੁੱਖ ਮੰਤਰੀ ਬਣਦਾ ਜਾਂ ਮੈਂ ਡਿਪਟੀ ਮੁੱਖ ਮੰਤਰੀ ਬਣਦਾ ਜਾਂ ਮੈਂ ਫਲਾਨੀ ਪਾਰਟੀ ਜਾਂਦਾ, ਲੋਕੀ ਪੁੱਛਣਗੇ ਸਿੱਧੂ ਸਾਹਿਬ ਜਿਹੜੀ ਉਹ ਚਮਨ ਰਿਸ਼ੀ ਵਾਂਗੂ ਸਮਾਧੀ ਲਾ ਕੇ 13 ਮਹੀਨੇ ਤੱਕ ਤੁਸੀਂ ਬੈਠੇ ਰਹੇ ਸੀ, ਜੀ ਉਹਦਾ ਸਿੱਟਾ ਇਹੋ ਹੀ ਸੀ ਕਿ ਤੁਸੀਂ ਡਿਪਟੀ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ, ਤੁਹਾਨੂੰ ਕਿਉਂ ਉਹਦਾ ਚਾਹੀਦਾ ਸੀ? ਉਹ ਤਾਂ ਗੱਲ ਹੈ ਨਹੀਂ। ਸਿੱਧੂ ਦਾ ਲੋਕਾਂ ਵਿੱਚ ਇੱਕ ਅਕਸ ਹੈ ਕਿ ਉਹ ਇਮਾਨਦਾਰ ਹੈ, ਆਪ ਉਹ ਪੈਸਾ ਲੈਂਦਾ ਨਹੀਂ, ਜੀ ਲੋੜ ਪਈ ਤਾਂ ਖਰਚ ਵੀ ਕਰ ਦਿੰਦਾ। ਪਰ ਜੇ ਸਿੱਧੂ ਇਹੋ ਜਿਹੇ ਮੌਕੇ ਤੇ ਆ ਕੇ ਇਸ ਤਰ੍ਹਾਂ ਦੀ ਕੋਈ ਤਿਗੜਮਬਾਜ਼ੀ ਕਰ ਜਾਂਦਾ ਤੇ ਉਹਦਾ ਆਪਣਾ ਬਣਿਆ ਬਣਾਇਆ ਅਕਸ ਸਿਰਾ ਉਹ ਖਰਾਬ ਹੋ ਜੂ। ਜੀ ਜਦ ਤੱਕ ਸਿੱਧੂ ਆਪ ਨਹੀਂ ਇਹ ਗੱਲ ਕਹਿੰਦਾ ਮੈਂ ਫਲਾਨੀ ਪਾਰਟੀ ਜਾ ਰਿਹਾ, ਮੇਰਾ ਕਾਂਗਰਸ ਹਾਈ ਕਮਾਂਡ ਨਾਲ ਸਮਝੌਤਾ ਹੋ ਗਿਆ, ਮੈਂ ਫਲਾਨਾ ਕੰਮ ਕਰਨ ਲੱਗਾ, ਇਹ ਜਿੰਨੇ ਆਸੇ-ਪਾਸੇ ਤੋਂ ਢਾਕੇ ਬੰਗਾਲੇ ਦੀਆਂ ਖਬਰਾਂ ਦੇਈ ਜਾਂਦੇ ਆ, ਇਹਨਾਂ ਚੋਂ ਕਿਹੜਾ ਸੱਜਣ ਆ ਜਿਹਦੇ ਕੋਲ ਉਹਨੇ ਪਾਵਰ ਆਫ ਅਟਾਰਨੀ ਦਿੱਤੀ ਆ ਕਿ ਮੇਰੀ ਥਾਂ ਤੇ ਤੂੰ ਬੋਲ? ਜੀ ਉਹ ਤੇ ਜਿਸ ਦਿਨ ਬੋਲਣ ਲੱਗ ਪਿਆ ਉਹਨੇ ਆਪ ਹੀ ਨਹੀਂ ਬੋਲਣਾ ਹਟਣਾ। ਉਹ ਜੱਟਾਂ ਦੇ ਘਰ ਮੁੰਡਾ ਹੋਇਆ ਸੀ, ਜਦੋਂ 3 ਸਾਲਾਂ ਦਾ ਹੋ ਗਿਆ ਸੀ, ਕਿਸੇ ਰਿਸ਼ਤੇਦਾਰ ਨੇ ਆ ਕੇ ਪੁੱਛਿਆ ਕਿਉਂ ਬਈ ਕਾਕਾ ਬੋਲਣ ਲੱਗ ਪਿਆ? ਕਦੇ ਬੋਲਣਾ ਤਾਂ ਪਿਛਲੇ ਸਾਲ ਹੀ ਸਿੱਖ ਗਿਆ ਸੀ, ਹੁਣ ਤੇ ਉਹਨੂੰ ਚੁੱਪ ਰਹਿਣਾ ਸਿਖਾਉਂਦੇ ਆ। ਜੀ ਪਹਿਲਾਂ ਨਵਜੋਤ ਸਿੱਧੂ ਬਾਰੇ ਕਹਿੰਦੇ ਸੀ ਬੋਲਦਾ ਬੜਾ, ਚੁੱਪ ਨਹੀਂ ਕਰਦਾ। ਹੁਣ ਜੋ ਚੁੱਪ ਹੈ ਤੇ ਉਹਦੀ ਚੁੱਪ ਦਾ ਨਜਾਇਜ਼ ਲਾਭ ਲੈ ਕੇ ਹਰ ਕੋਈ ਕਹੀ ਜਾਂਦਾ ਸਿੱਧੂ ਨੇ ਆਹ ਬਣ ਜਾਣਾ, ਸਿੱਧੂ ਨੇ ਉਹ ਬਣ ਜਾਣਾ, ਸਿੱਧੂ ਨੇ ਉਹ ਬਣ ਜਾਣਾ। ਤੁਹਾਡੇ ਨਾਲੋਂ 12 ਟਾਂ ਨੂੰ ਖੇਡਣ ਆਇਆ ਸੀ। ਜੀ ਜਾਂ ਤਾਂ ਉਹਨੇ ਬਾਹਰ ਆ ਕੇ ਤੁਹਾਡੇ ਨਾਲ ਕੋਈ ਤਾਸ਼ ਦੀ ਸੀਪ ਦੀ ਬਾਜੀ ਲਾਈ ਹੋਵੇ ਤੇ ਉੱਥੇ ਗੱਪਸ਼ਪ 'ਚ ਉਹਨੇ ਦੱਸਤਾ ਹੋਵੇ ਵੀ ਤੁਸੀਂ ਤਿਆਰੀ ਰੱਖਿਓ ਤੇ ਮੈਂ ਲੱਗਾ ਮੁੱਖ ਮੰਤਰੀ ਬਣ। ਉਹਨੇ ਤਾਂ ਕਦੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਇਹ ਜਿੰਨੀਆਂ ਨੇ ਖਬਰਾਂ, ਇਹ ਜਿਹੜੀ ਆ ਇੱਕ WhatsApp ਦੀ ਫੈਕਟਰੀ ਆ ਨਾ, ਜੀ ਜਿਹ 'ਚ ਬਹੁਤ ਸਾਰੀਆਂ ਅਫਵਾਹਾਂ ਫੈਲਦੀਆਂ ਨੇ, ਉਸ ਫੈਕਟਰੀ ਦੇ ਵਿੱਚੋਂ ਹੀ ਇੱਕ ਇਹ ਖਬਰ ਤੁਸੀਂ ਸਮਝ ਲਓ ਕਿ ਹੋਰ ਨਿਕਲੀ ਆ ਕਿ ਸਿੱਧੂ ਆਹ ਕਰੂ, ਸਿੱਧੂ ਆਹ ਕਰੂਗਾ। ਜਦ ਤੱਕ ਸਿੱਧੂ ਆਪ ਨਾ ਬੋਲੇ ਇਹਨਾਂ 'ਚੋਂ ਕਿਸੇ ਇੱਕ ਵੀ ਗੱਲ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਕਰਨਾ ਨਹੀਂ ਚਾਹੀਦਾ। ਚੰਗਾ ਭਲਾ ਵਿਚਾਰਾ ਚੁੱਪ ਬੈਠਾ, ਉਹਨੂੰ ਬੈਠਾ ਰਹਿਣ ਦਿਓ, ਕਿਉਂ ਐਵੇਂ ਛੇੜਦੇ ਰਹਿੰਦੇ ਆ? ਨਹੀਂ ਛੇੜਨਾ ਚਾਹੀਦਾ, ਬਿਲਕੁਲ ਉਹਨੂੰ ਸ਼ਾਂਤੀ ਕਰਨ ਨੂੰ ਭੰਗ ਕਰਦੇ ਆ, ਭਗਤੀ ਕਰਨ ਦਿਓ। ਬਿਲਕੁਲ। ਪਰਨ ਸਾਹਿਬ, ਖਬਰ ਆਂਧਰਾ ਪ੍ਰਦੇਸ਼ ਤੋਂ ਆ, ਇੱਕ ਕਰੋਨਾ ਪੀੜਤ ਦੀ ਮੌਤ ਹੋ ਗਈ ਤੇ ਮੁੱਖ ਮੰਤਰੀ ਨੇ ਜਾਂਚ ਦੇ ਆਦੇਸ਼ ਦੇ ਦਿੱਤੇ, ਕੀ ਕਾਰਨ ਹੈ ਜੀ? ਦੇਖੋ ਮੌਤਾਂ ਬਹੁਤ ਹੋਈਆਂ ਨੇ ਆਂਧਰਾ ਪ੍ਰਦੇਸ਼, ਕਿਹੜੀਆਂ ਘੱਟ ਨੇ। ਜੀ 500 ਦੇ ਨੇੜੇ ਤੇੜੇ ਮੌਤਾਂ ਤੇ ਉੱਥੇ ਵੀ ਹੋਈਆਂ, ਮੇਰੇ ਖਿਆਲ 300 ਦੇ ਨੇੜੇ ਸ਼ਾਇਦ ਨੇ। ਜੀ ਬਹੁਤ ਮੌਤਾਂ ਹੋਈਆਂ ਨੇ, ਮੈਨੂੰ ਹੁਣ ਇਸ ਵੇਲੇ ਸਹੀ ਅੰਕੜੇ ਯਾਦ ਨਹੀਂ, ਸਾਰੇ ਦੇਸ਼ 'ਚ ਹੋ ਰਹੀਆਂ ਨੇ। ਇਹ ਇੱਕ ਖਬਰ ਇਹੋ ਜਿਹੀ ਆਈ ਹੈ ਨਮੋਸ਼ੀ ਵਾਲੀ, ਜਿਹਦੇ ਤੇ ਮੁੱਖ ਮੰਤਰੀ ਭੜਕਿਆ, ਉਹਨੇ ਜਾਂਚ ਕਰਨ ਵਾਸਤੇ ਵੀ ਹੁਕਮ ਦੇ ਦਿੱਤੇ ਆ, ਕਾਰਵਾਈ ਦੇ ਵੀ ਹੁਕਮ ਦਿੱਤੇ ਆ। ਉਹਦਾ ਕਾਰਨ ਕੀ? ਤੁਹਾਨੂੰ ਯਾਦ ਜਦੋਂ ਨਵੇਂ ਕਰੋਨਾ ਵਾਇਰਸ ਦੇ ਕੇਸ ਹੋਣ ਲੱਗੇ, ਜੀ ਇੱਥੇ ਚੰਡੀਗੜ੍ਹ ਦੇ ਲਾਗੇ ਨਇਆ ਗਾਉਂ ਦਾ ਇੱਕ ਬੰਦਾ ਮਰ ਗਿਆ, ਉਹਦੀ ਲਾਸ਼ ਲੈ ਕੇ ਗਏ, ਸੰਸਕਾਰ ਕਰਨ ਲੱਗੇ ਤੇ ਸ਼ਮਸ਼ਾਨ ਘਾਟ ਦੇ 2 ਕਰਿੰਦੇ ਤੇ ਇੱਕ ਉਸ ਬੰਦੇ ਦਾ ਪੁੱਤ, 4 ਬੰਦਿਆਂ ਨੇ ਅਰਥੀ ਨਹੀਂ ਚੁੱਕੀ, 3 ਨੇ ਚੁੱਕੀ, ਕਿਉਂਕਿ ਸਾਰੇ ਪਿੰਡ 'ਚੋਂ ਸਾਰੇ ਰਿਸ਼ਤੇਦਾਰਾਂ 'ਚੋਂ ਇੱਕ ਵੀ ਬੰਦਾ ਨਾਲ ਨਹੀਂ ਤੁਰਿਆ। ਜੀ ਤੇ ਜਿਹੜੇ ਅਫਸਰ ਸਰਕਾਰੀ ਡਿਊਟੀ ਤੇ ਨਾਲ ਗਏ ਸਨ, ਉਹਨੇ ਉਹਨਾਂ ਨੂੰ ਜਾ ਕੇ ਤੇ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਖੜਕਾ ਕੇ ਆਖਿਆ ਜੀ ਇੱਕ ਜਣਾ ਬਾਹਰ ਆਓ, ਲਾਸ਼ ਚੁੱਕਣੀ ਹੈ, ਮੇਰੇ ਨਾਲ ਮਦਦ ਤੇ ਕਰ ਦਿਓ। PPE ਕਿੱਟਾਂ ਤੁਸੀਂ ਵੀ ਪਾਈਆਂ, ਮੈਂ ਵੀ ਪਾਈ, ਉਹ ਕਰਿੰਦਿਆਂ ਨੇ ਵੀ ਪਾਈ। ਉਹਨਾਂ ਨੇ ਅੱਗੋਂ ਸ਼ੀਸ਼ੇ ਘੁੱਟ ਕੇ ਬੰਦ ਕਰ ਲਏ, ਕਿਸੇ ਨੇ ਸ਼ੀਸ਼ਾ ਤੱਕ ਥੱਲੇ ਨਹੀਂ ਕੀਤਾ, ਰੌਲਾ ਤੇ ਉਹਦਾ ਵੀ ਪਿਆ ਸੀ। ਹੁਣ ਆਂਧਰਾ 'ਚ ਜੋ ਹੋਇਆ ਉਹ ਇਹ ਕਿ ਇੱਕ ਬੰਦਾ ਕਰੋਨਾ ਵਾਇਰਸ ਦੇ ਨਾਲ, ਇਸ COVID-19 ਦੀ ਬਿਮਾਰੀ ਨਾਲ ਮਰ ਗਿਆ। ਜੀ ਡਾਕਟਰ ਨੇ ਐਲਾਨ ਕਰਤਾ ਕਿ ਉਸ ਬਿਮਾਰੀ ਨਾਲ ਮਰਿਆ। ਫਿਰ ਉਹ ਸੰਸਕਾਰ ਕਰਨ ਜਾਣਾ ਸੀ। ਰਿਸ਼ਤੇਦਾਰਾਂ 'ਚੋਂ, ਦੂਸਰੇ ਲੋਕਾਂ 'ਚੋਂ ਕੋਈ ਉਹਨੂੰ ਮੋਢਿਆਂ 'ਤੇ ਚੁੱਕਣ ਨੂੰ ਤਿਆਰ ਨਹੀਂ ਮੋਢਿਆਂ ਚੁੱਕਣਾ, ਦੂਰੋਂ ਲੰਮੇ ਡੰਡੇ ਪਾ ਕੇ, ਜੀ ਇਹ ਇੰਨੇ ਲੰਮੇ ਡੰਡੇ 6-6 ਫੁੱਟ ਦੂਰ ਤੋਂ ਚੁੱਕਿਆ ਜਾ ਸਕਦਾ, ਲਾਗੇ ਨਾ ਜਾਓ।
ਉਹ ਵੀ ਤਿਆਰ ਨਹੀਂ ਸੀ। ਫਿਰ ਕੀ ਕੀਤਾ ਗਿਆ? ਆ JCB ਮਸ਼ੀਨਾਂ ਅੱਜ ਕੱਲ੍ਹ ਚੱਲਦੀਆਂ ਨੇ, ਸਾਰਿਆਂ ਨੂੰ ਪਤਾ ਕੀ ਹੁੰਦੀਆਂ ਨੇ। ਸੜਕਾਂ ਤੇ ਟੋਏ ਪੁੱਟਣ, ਮਿੱਟੀ ਪੁੱਟਣ, ਜਾਂ ਸ਼ਹਿਰ ਦੇ ਵਿੱਚ ਆ ਜਿੱਥੇ ਕੂੜੇ ਦੇ ਢੇਰ ਲੱਗੇ ਹੁੰਦੇ ਆ ਜੀ, ਉਹਨਾਂ ਕੂੜੇ ਦੇ ਢੇਰਾਂ ਤੋਂ ਉਹ ਪਾੜਸ਼ੇ ਜੇ ਚੁੱਕ ਚੁੱਕ ਕੇ ਟਰੱਕ ਦੇ ਵਿੱਚ ਲੱਦਣ ਦੇ ਕੰਮ ਆਉਂਦੀਆਂ ਨੇ। ਉਹਦਾ ਅਗਲਾ ਪਾੜਸ਼ਾ ਮਿੱਟੀ ਚੁੱਕਣ ਵਾਲਾ ਹੁੰਦਾ ਨਾ। ਜੀ, JCB ਮਸ਼ੀਨ ਦੇ ਉਸ ਪਾੜਸ਼ੇ ਦੇ ਵਿੱਚ ਲਾਸ਼ ਰੱਖੀ ਗਈ, ਇੱਦਾਂ ਰੱਖੀ ਗਈ ਜਿਵੇਂ ਬੰਦਾ ਨਹੀਂ ਕੂੜਾ ਹੁੰਦਾ, ਤੇ ਮਸ਼ੀਨ ਲੈ ਕੇ ਤੇ ਸ਼ਮਸ਼ਾਨ ਘਾਟ ਤੱਕ ਗਏ। ਉਹਦੀਆਂ ਫੋਟੋ ਆ ਗਈਆਂ। ਮੁੱਖ ਮੰਤਰੀ ਇਸ ਗੱਲ ਤੋਂ ਭੜਕ ਉੱਠਿਆ ਕਿ ਇਨਸਾਨ ਦੀ ਹੱਦੋਂ ਵੱਧ ਬੇਇੱਜ਼ਤੀ ਕੋ ਹੋ ਸਕਦੀ ਹੈ ਕਿ ਉਹਦੇ ਮਰਨ ਤੋਂ ਬਾਅਦ ਉਹਦੀ ਲਾਸ਼ ਜਿਹੜੀ ਮਿਊਨਿਸਪਲ ਕਮੇਟੀ ਦੀ ਕੂੜੇ ਵਾਲੀ JCB ਮਸ਼ੀਨ ਆ ਜੀ, ਉਹਦੇ ਕੂੜੇ ਵਾਲੇ ਪਾੜਸ਼ੇ 'ਚ ਰੱਖ ਕੇ ਤੁਸੀਂ ਲਿਜਾਂਦੇ ਪਏ ਹੋ। ਇਹਦੋਂ ਵੱਧ ਵੀ ਇਨਸਾਨ ਦੀ ਬੇਇੱਜ਼ਤੀ ਕੋ ਹੋ ਸਕਦੀ ਹੈ। ਉਹਨੇ ਦੀ ਪੜਤਾਲ ਦੇ ਆਰਡਰ ਦਿੱਤੇ ਆ, ਪਰ ਪੜਤਾਲ ਕਿਹਦੀ ਕਰਾਉਂਗੇ ਜੀ? ਇੱਥੇ ਕੋਈ ਇੱਕ ਕੇਸ ਹੈ। ਸਾਨੂੰ ਤੇ ਉਹ ਮਹਾਰਾਸ਼ਟਰ ਵਾਲਿਆਂ ਦਾ ਵੀ ਚੇਤਾ, ਉੱਥੇ ਪਰਿਵਾਰ ਨੇ ਸੰਸਕਾਰ ਕਰਨ ਤੋਂ ਇਨਕਾਰ ਕਰਤਾ ਸੀ, ਜੀ, ਸੰਸਕਾਰ ਨੂੰ ਦਫਨਾਉਣ ਤੋਂ ਇਨਕਾਰ ਕਰਤਾ ਸੀ। ਉਹ ਮੁਸਲਮਾਨ ਸੀ। ਜਦੋਂ ਅੱਡ-ਅੱਡ ਥਾਵਾਂ ਤੇ ਲੈ ਕੇ ਗਏ ਤੇ ਜਿਹੜੇ ਕਬਰਸਤਾਨ ਵਾਲੇ ਸੀ, ਇੱਕ ਨੇ ਨਾ ਕੀਤੀ, ਦੂਸਰੇ ਨੇ, ਜੋ ਤੀਜੇ ਨੇ ਵੀ ਨਾ ਕਰਤੀ, ਤੇ ਫਿਰ ਉਹਨਾਂ ਨੇ ਆਖਿਆ ਜੀ ਹੋਰ ਕੋਈ ਚਾਰਾ ਨਹੀਂ ਰਹਿ ਗਿਆ, ਇਹਦਾ ਅੰਤਮ ਸੰਸਕਾਰ ਕਰਨਾ ਪੈਣਾ। ਫਿਰ ਅੱਗ ਨਾਲ ਸੰਸਕਾਰ ਕੀਤਾ ਗਿਆ ਸੀ। ਮੁਸਲਮਾਨਾਂ 'ਚ ਤੇ ਅੱਗ ਨਾਲ ਸੰਸਕਾਰ ਨਹੀਂ ਕੀਤਾ ਜਾਂਦਾ। ਜੀ, ਇਹ ਵੀ ਘਟਨਾਵਾਂ ਵਾਪਰੀਆਂ ਨੇ। ਇਸ ਕਰੋਨਾ ਵਾਇਰਸ ਨੇ ਇਹ ਦੱਸਦਾ ਕਿ ਹਰ ਇੱਕ ਨੂੰ ਆਪਣੀ ਜਾਨ ਪਿਆਰੀ ਹੈ, ਔਰ ਜਾਨ ਪਿਆਰੀ ਹੋਣ ਕਰਕੇ ਇੰਨਾ ਚਿੱਟਾ ਲਹੂ ਹੋ ਗਿਆ ਕਿ ਪਿਓ ਦੀ ਲਾਸ਼ ਲੈਣ ਨੂੰ ਪੁੱਤ ਤਿਆਰ ਨਹੀਂ, ਪੁੱਤ ਦੀ ਲਾਸ਼ ਲੈਣ ਨੂੰ ਪਿਓ ਤਿਆਰ ਨਹੀਂ। ਕੂੜੇ ਦੀ ਟਰਾਲੀ ਦੇ ਉੱਤੇ ਤੁਸੀਂ JCB ਮਸ਼ੀਨ ਤੇ ਲੱਦ ਕੇ ਲੈ ਕੇ ਤੁਰ ਪਾਓ। ਇਹ ਤੋਂ ਵੱਧ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ? ਜੋ ਹੋਇਆ ਅੱਤ ਦਾ ਮੰਦਾ, ਔਰ ਇਹਦੇ ਸਵਾਲ ਦੇ ਉੱਤੇ ਜਿਹੜੀ ਇਨਕੁਆਇਰੀ ਬਿਠਾਈ ਗਈ ਉਹ ਕਿਸੇ ਪਾਸੇ ਲੱਗਣੀ ਚਾਹੀਦੀ ਹੈ, ਨਹੀਂ ਤਾਂ ਕੱਲ੍ਹ ਨੂੰ ਦੂਜੇ ਸੂਬਿਆਂ 'ਚ ਵੀ ਕੁਝ ਹੋਣ ਲੱਗ ਸਕਦਾ। ਜੀ, ਬਿਲਕੁਲ ਜੀ। ਪੰਨੂ ਸਾਹਿਬ, ਤੁਸੀਂ ਐਂ ਖਬਰਾਂ ਤੇ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।